Good afternoon, students. Today we are going to start the next topic, that is the income and expenditure account. So it is similar to the profit and loss account of a trading concern. जिदा मतलब profit and loss account बनाने हैं, इदा ही income and expenditure account बनाया जाता है. So it is a nominal account क्योंकि objective questions ਲਈ ਇਹ ਤੁਹਾਡਾ ਇੱਕ important point ਆ क्योंकि ਉਹਦੇ 'ਚ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ income and expenditure account ਆ ਉਹ ਕਿੱਦਾਂ ਦਾ account ਆ. So it is a nominal account and it is debited with all expenses or losses. Means ਇਹਦੇ ਵਿੱਚ ਸਾਰੇ ਜਿੰਨੇ ਵੀ expense ਜਾਂ losses ਨੇ ਉਹ ਸਾਰੇ debit ਕੀਤੇ ਜਾਂਦੇ ਆ and ਜਿੰਨੇ ਵੀ income ਜਾਂ gains ਆ ਉਹ ਸਾਰੇ credit ਕੀਤੇ ਜਾਂਦੇ ਆ. At the end of accounting year it shows surplus or deficit. ਜਦੋਂ accounting year ਸਾਡਾ complete ਹੋ ਜਾਂਦਾ ਆ ਇਹਦੀ balancing figure ਜਿਹੜੀ ਆ ਉਹ surplus ਜਾਂ deficit ਦੇ name ਤੇ ਆਉਂਦੀ ਆ. ਅਗਰ debit side balance ਆਇਆ then it is surplus and ਅਗਰ credit side balance ਆਇਆ then it is deficit. So credit side ਦੇ ਵਿੱਚ ਜਿਹੜਾ ਆਏਗਾ that will be the deficit. So surplus equals to income minus expenses. Means कि जे income ज़्यादा आया expenses घट ने then surplus हो गया सानू, ते जे साडे खर्चे ज़्यादा हो गए incomes घट हो गई then it will be the deficit. The surplus is added to the capital fund and the deficit is deducted from the capital fund in the balance sheet. क्योंकि तुसी income and expenditure account बनाने तो बाद balance sheet बनानी है, ਤੇ ਜੇ ਸਾਡਾ ਸਰਪਲਸ ਆਇਆ ਉਹ ਅਸੀਂ ਬੈਲੈਂਸ ਸ਼ੀਟ ਦੇ ਵਿੱਚ ਕੈਪੀਟਲ ਫੰਡ 'ਚ ਐਡ ਕਰ ਦੇਵਾਂਗੇ ਐਂਡ ਅਗਰ ਸਾਡਾ ਡੈਫੀਸਿਟ ਆਇਆ ਉਹ ਅਸੀਂ ਬੈਲੈਂਸ ਸ਼ੀਟ ਦੇ ਵਿੱਚ ਕੈਪੀਟਲ ਫੰਡ 'ਚੋਂ ਮਾਈਨਸ ਕਰ ਦਾਂਗੇ. ਨਾਓ ਹਾਊ ਇਟ ਇਜ਼ ਪ੍ਰੀਪੇਅਰਡ. ਇਟ ਇਜ਼ ਪ੍ਰੀਪੇਅਰਡ ਇਨ ਦਾ ਟੀ ਫਾਰਮ. ਤੁਸੀਂ ਦੇਖ ਰਹੇ ਹੋ ਆ ਜਿਹੜੀ ਸ਼ੇਪ ਆ ਇਹ ਟੀ ਫਾਰਮ ਦੇ ਵਿੱਚ ਦਿੱਤੀ. ਦਿਸ ਇਜ਼ ਦਾ ਟੀ ਫਾਰਮ. ਸੋ ਇਟ ਇਜ਼ ਪ੍ਰੀਪੇਅਰਡ ਇਨ ਦਾ ਟੀ ਫਾਰਮ. ਰੈਵਨਿਊ ਐਕਸਪੈਂਸਿਸ ਔਨ ਦਾ ਡੈਬਿਟ ਸਾਈਡ ਐਂਡ ਦਾ ਰੈਵਨਿਊ ਇਨਕਮਸ ਔਨ ਦਾ ਕ੍ਰੈਡਿਟ ਸਾਈਡ. ਐਕਸਪੈਂਸਿਸ ਜਿਹੜੇ ਆ ਡੈਬਿਟ ਸਾਈਡ 'ਤੇ ਲਿਖੇ ਜਾਂਦੇ ਆ ਐਂਡ ਜਿਹੜੇ ਇਨਕਮਸ ਆ ਉਹ ਕ੍ਰੈਡਿਟ ਸਾਈਡ 'ਤੇ ਲਿਖੇ ਜਾਂਦੇ ਆ. ਇਟ ਕੈਨ ਆਲਸੋ ਬੀ ਪ੍ਰੀਪੇਅਰਡ ਇਨ ਦਾ ਵਰਟੀਕਲ ਫਾਰਮ. ਇਹਨੂੰ ਆਪਾਂ ਵਰਟੀਕਲ ਫਾਰਮ ਦੇ ਵਿੱਚ ਵੀ ਸ਼ੋ ਕਰ ਸਕਦੇ ਹਾਂ. ਓਨਲੀ ਰੈਵਨਿਊ ਆਈਟਮਸ ਆਰ ਟੂ ਬੀ ਕੰਸੀਡਰਡ. ਮੀਨਸ ਕਿ ਇਹਦੇ ਵਿੱਚ ਆਪਾਂ ਕੈਪੀਟਲ ਆਈਟਮਸ ਨਹੀਂ ਲੈਂਦੇ, ਸਿਰਫ ਰੈਵਨਿਊ ਆਈਟਮਸ ਲੈਂਦੇ ਆ ਜਿਹੜੇ ਕਿ ਰਿਕਰਿੰਗ ਨੇਚਰ ਦੇ ਹੁੰਦੇ ਆ. ਐਕਰੂਅਲ ਬੇਸਿਸ, ਕਿਉਂਕਿ ਇਹਦੇ ਵਿੱਚ ਐਕਰੂਅਲ ਬੇਸਿਸ ਕਿਉਂਕਿ ਆਪਾਂ ਕਰੰਟ ਈਅਰ ਦੀ ਹੀ ਸਿਰਫ ਵੈਲਿਊਜ਼ ਲੈਣੀਆਂ ਆ. ਠੀਕ ਆ. ਰੈਵਨਿਊ ਰਿਸਿਪਟ ਐਂਡ ਪੇਮੈਂਟ ਜਿਹੜੀ ਹੈ ਕਿ ਪ੍ਰੀਵੀਅਸ ਈਅਰ ਜਾਂ ਫਿਊਚਰ ਈਅਰ ਤੋਂ ਰਿਲੇਟਡ ਹੁੰਦੀ ਆ ਉਹਨਾਂ ਨੂੰ ਆਪਾਂ ਐਡਜਸਟ ਕਰ ਦਿੰਦੇ ਹਾਂ. ਐਡਜਸਟਮੈਂਟ ਆਫ ਸਰਟੇਨ ਆਈਟਮਸ ਆਰ ਨੀਡਡ. ਜਿੱਦਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਇੱਕ ਐਗਜ਼ਾਮਪਲ ਦਿੱਤਾ ਸੈਲਰੀ ਐਂਡ ਪਲੱਸ ਆਊਟਸਟੈਂਡਿੰਗ. ਸੋ ਅਗਰ ਕੋਈ ਵੀ ਤੁਹਾਡੀ ਆਊਟਸਟੈਂਡਿੰਗ ਐਕਸਪੈਂਸ ਆ ਜਾਂ ਕੋਈ ਐਕਰੂਡ ਇਨਕਮ ਆ ਜਾਂ ਕੋਈ ਐਡਵਾਂਸ ਆ ਅਤੇ ਉਹਨੂੰ ਆਪਾਂ ਕਰੰਟ ਈਅਰ ਦੇ ਵਿੱਚ ਐਡਜਸਟ ਕਰਕੇ ਸ਼ੋ ਕਰਦੇ ਹਾਂ. ਅਸਰਟੇਨਮੈਂਟ ਆਫ ਸਰਪਲਸ ਐਂਡ ਡੈਫੀਸਿਟ. ਨਾਓ ਸਰਪਲਸ ਜਾਂ ਡੈਫੀਸਿਟ ਫਾਈਂਡ ਆਊਟ ਕਰਾਂਗੇ. ਸਰਪਲਸ ਕਿੱਦਾਂ ਫਾਈਂਡ ਆਊਟ ਹੋਏਗਾ? ਇਨਕਮਸ ਮਾਈਨਸ ਐਕਸਪੈਂਸਿਸ. ਐਂਡ ਡੈਫੀਸਿਟ ਕਿੱਦਾਂ ਫਾਈਂਡ ਆਊਟ ਹੋਏਗਾ? ਐਕਸਪੈਂਸਿਸ ਮਾਈਨਸ ਇਨਕਮਸ. Now this is the format of income and expenditure account. It is also given in your book. Expenditure ਦੇ ਵਿੱਚ ਸਾਰੇ expenses ਤੁਸੀਂ debit side ਲਿਖ ਦੇਣੇ ਆ and income ਦੇ ਵਿੱਚ ਸਾਰੀਆਂ ਜਿੰਨੀਆਂ ਵੀ revenue income ਨੇ ਉਹ credit side ਲਿਖ ਦੇਣੀਆਂ. Next is the balance sheet. Balance sheet ਕਿਉਂ ਬਣਾਈ ਜਾਂਦੀ ਆ? To ascertain the financial position. ਸਾਡੇ ਕੰਪਨੀ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਚੱਲ ਰਹੀ ਆ ਉਹਨੂੰ ਗੈਸ ਕਰਨ ਲਈ, ਉਹਨੂੰ ਫਾਈਂਡ ਆਊਟ ਕਰਨ ਲਈ ਬਣਾਇਆ ਜਾਂਦਾ ਆ. No formal capital as in the case of trading concern, but it may have the capital fund. ठीक है, capital fund क्योंकि balance sheet ਵਿੱਚ ਹੁੰਦਾ ਆ. Then next is the excess of assets over liability is called capital fund. Now अगर suppose कई बारी ਕੀ ਆ question ਵਿੱਚ capital fund ਨਹੀਂ ਦਿੱਤਾ ਹੋਇਆ ਤੇ ਤੁਸੀਂ ਸਭ ਤੋਂ ਪਹਿਲਾਂ capital fund find out ਕਰੋਗੇ. ਉਹ ਕਿੱਦਾਂ ਆ? ਜਿੰਨੇ ਸਾਰੇ ਐਸੈਟ ਨੇ ਸਾਰਿਆਂ ਦਾ ਟੋਟਲ ਕਰ ਲਓ, ਉਹਦੇ ਵਿੱਚੋਂ given liabilities ਮਾਈਨਸ ਕਰ ਲਓ, ਜਿਹੜੀ ਬੈਲੈਂਸਿੰਗ ਫਿਗਰ ਆਏਗੀ that will be the capital fund. ਐਂਡ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬਣਾਉਂਦੇ ਵੇਲੇ ਜੇ ਤੁਹਾਡਾ ਸਰਪਲਸ ਆਇਆ ਉਹ ਤੁਸੀਂ ਉਹਦੇ ਵਿੱਚ ਪਲੱਸ ਕਰ ਦੋਗੇ. ਨੈਕਸਟ ਇਜ਼ ਦੀ ਫੰਡਸ ਰੇਜ਼ਡ ਫॉर ਸਪੈਸੀਫਿਕ ਪਰਪਸ ਆਰ ਸ਼ੋਨ ਸੈਪਰੇਟਲੀ ਔਨ ਦਾ ਲਾਇਬਿਲਿਟੀ ਸਾਈਡ. ਅਗਰ ਕੋਈ ਸਪੈਸੀਫਿਕ ਪਰਪਸ ਲਈ ਜਿੱਦਾਂ ਕਿ ਡੋਨੇਸ਼ਨ ਫॉर ਬਿਲਡਿੰਗ ਆ, ਡੋਨੇਸ਼ਨ ਫॉर ਬਿਲਡਿੰਗ ਆ ਸਪੈਸੀਫਿਕ ਪਰਪਸ ਦਾ ਆ ਦੈਨ ਇਟ ਵਿਲ ਬੀ ਸ਼ੋਨ ਡਿਫਰੈਂਟਲੀ. ਨੈਕਸਟ ਹਾਊ ਇਟ ਇਜ਼ ਪ੍ਰੀਪੇਅਰਡ. फाइंड आउट द कैपिटल एट द बिगनिंग अनलैस इट इज़ द फर्स्ट ईयर ऑफ ऑपरेशन. मीनस कि अगर ਤੁਹਾਨੂੰ कैपिटल फंड गिवन नहीं है दैन ਤੁਸੀਂ ओपनिंग बैलेंस शीट ਪਹਿਲਾਂ प्रिपेयर करोगे, कैपिटल फंड फाइंड आउट करोगे एंड दैन ਤੁਸੀਂ ਅੱਗੇ फर्दर प्रोसीड करोगे. एडजस्टमेंट ऑफ द कैपिटल फंड. ਹੁਣ एडजस्टमेंट ਦਾ ਮਤਲਬ ਉਹੀ ਕਿ ਅਗਰ ਸਰਪਲਸ ਆਇਆ ਤਾਂ ਤੁਸੀਂ ਐਡ ਕਰ ਦੋਗੇ, ਅਗਰ ਡੈਫੀਸਿਟ ਆਏਗਾ ਤਾਂ ਉਹ ਮਾਈਨਸ ਕਰ ਦੋਗੇ कैपिटल फंड ਦੇ ਵਿੱਚੋਂ ਐਂਡ ਇਹ ਕਲੋਜ਼ਿੰਗ बैलेंस शीट ਵਿੱਚ ਸ਼ੋ ਕਰਾਂਗੇ. ਬ੍ਰਿੰਗ ਫਾਰਵਰਡ ਪ੍ਰੀਵੀਅਸ ਈਅਰ ਲਾਇਬਿਲਿਟੀ ਇਫ ਦੇ ਆਰ ਸਟਿਲ ਆਊਟਸਟੈਂਡਿੰਗ. ਅਗਰ ਤੁਹਾਡੀ ਕੋਈ ਪਿਛਲੇ ਸਾਲ ਦੀ ਕੋਈ ਲਾਇਬਿਲਿਟੀ ਵਗੈਰਾ ਆਊਟਸਟੈਂਡਿੰਗ ਆ ਦੈਨ ਤੁਸੀਂ ਉਹ ਕਰੰਟ ਈਅਰ ਦੀ ਬੈਲੈਂਸ ਸ਼ੀਟ ਦੇ ਵਿੱਚ
शो करोगे ऑन द लाइबिलिटी साइड। शो द क्लोजिंग बैलेंस ऑफ द रिसिप्ट एंड पेमेंट अकाउंट। नाउ ਜਿਹੜਾ कि रिसिप्ट एंड पेमेंट अकाउंट कल आप जो प्रीवियस लैक्चर वो डिस्कस किया कि रिसिप्ट एंड पेमेंट अकाउंट ओपनिंग कैश बैलेंस तो स्टार्ट होंदा आ एंड होंदा क्लोजिंग कैश बैलेंस तो जो क्लोजिंग कैश बैलेंस आ वो असी बैलेंस शीट दे विच शो करना है। एडजस्टमेंट ऑफ द एसेट्स। हुण एसेट का एडजस्टमेंट किद्दां, मान लो तुहाडा कोई फर्नीचर ओपनिंग बैलेंस शीट 'च गिवन आ एंड तुसीं बाद दे विच फिर फर्दर कोई परचेज किया आ ते उहनूं तुसीं ऐड करके शो करोगे, मतलब कि एडजस्ट करके शो करोगे। सो एसेट्स विच ऑलरेडी एग्जिस्ट इन द बुक एट द बिगिनिंग ऑफ द ईयर शुड बी एडजस्टेड फॉर एडिशंस एंड द डिस्पोजेबल इफ एनी एंड ऑल्सो फॉर एनी डेप्रीशिएशन चार्ज ऑन सच एसेट्स। अगर कोई डेप्रीशिएशन भी लग रहा वो भी असी ये शो करांगे। शो द न्यू एसेट्स एक्वायर्ड इफ एनी ड्यूरिंग द ईयर। अगर तुसी कोई न्यू एसेट परचेज किया है तो वह भी ये शो किया जाएगा। शो फ्रैश लाइबिलिटी इफ एनी। इदा ही कोई अनरिकॉर्डिड लाइबिलिटी या कोई न्यू लाइबिलिटी जिदा कि बैंक ओवरड्राफ्ट आ गया है, ठीक है, तो वह भी लाइबिलिटी साइड के शो किया जाएगा। शो द आउटस्टैंडिंग एसेट्स। अगर साडा कोई एसेट आउटस्टैंडिंग आ दैन एक तो आप बैलेंस शीट में शो करांगे, ठीक है, एंड अगर कोई प्रीपेड है दैन इट विल ऑल्सो बी शोन इन द बैलेंस शीट। सो आउटस्टैंडिंग इज शोन ऑन द एसेट साइड एंड कोई प्रीपेड है दैन इट विल बी शोन ऑन द लाइबिलिटी साइड। शो द आउटस्टैंडिंग लाइबिलिटी। जिदा हम इनकम रिसीव्ड इन एडवांस हो गया, आउटस्टैंडिंग एक्सपेंसिज हो गए, दैन इट विल बी शोन ऑन द लाइबिलिटी साइड। सो जो असी इसका प्रैक्टिकल क्वेश्चन करांगे दैन इट वुड बी बैटर क्लीयर टू यू, बट ये सिर्फ थियोरटिकल पार्ट ली है कि तुहानूं पता होना चाहिए कि एडजस्टमेंट्स किद्दां करनी है। सो दिस इज़ द फॉर्मेट ऑफ द बैलेंस शीट। कैपिटल फंड है, ओपनिंग बैलेंस, सरप्लस प्लस करना है, डेफिसिट माइनस करना है, ठीक है, कोई लिगेसीज आ, एंट्रीज फीस आ, लाइफ मेंबरशिप फीस आ, ठीक है, बैंक ओवरड्राफ्ट आ, आउटस्टैंडिंग एक्सपेंसिस एंड दीज आर द एसेट्स फॉर प्रीवियस बैलेंस आ, ठीक। दैन कोई तुसी परचेज किया है करंट ईयर दे विच वो प्लस कर दोगे, कोई तुहाडा डेप्रीशिएशन वो माइनस कर दोगे। सो दिस फॉर्मेट ऑफ बैलेंस शीट इज़ गिवन इन योर बुक एंड यू हैव टू प्रिपेयर इन द नोटबुक ऑल्सो। नाउ व्हाट इज़ द डिफरेंस बिटवीन रिसिप्ट एंड पेमेंट अकाउंट एंड इनकम एंड एक्सपेंडिचर अकाउंट। सब तो पहला ओपनिंग बैलेंस। रिसिप्ट एंड पेमेंट अकाउंट जिहड़ा आ कैश के ओपनिंग बैलेंस तो स्टार्ट होंदा आ, बट इनकम एंड एक्सपेंडिचर अकाउंट में कोई भी इदा का फॉर्मेट नहीं है, ठीक है, नो सच ओपनिंग बैलेंस इज देयर। सिमिलैरिटीज़ की ने, रिसिप्ट एंड पेमेंट अकाउंट कैश बुक के सिमिलर आ एंड इनकम एंड एक्सपेंडिचर अकाउंट प्रॉफिट एंड लॉस अकाउंट का सिमिलर आ। नेक्स्ट इज दिस साइड्स ऑफ अकाउंट। रिसिप्ट्स ऑन द डेबिट एंड पेमेंट ऑन द क्रेडिट साइड। रिसिप्ट जिहड़ियां आप डेबिट साइड पर लिखते हैं एंड पेमेंट आप क्रेडिट साइड पर लिखते हैं। इनकम एंड एक्सपेंडिचर अकाउंट के विच की है, इनकम्स क्रेडिट साइड पर लिखिया जांदियां हैं, एक्सपेंडिचर डेबिट साइड पर लिखे जाते हैं। सो ये अपोजिट आ, क्योंकि रिसिप्ट एंड पेमेंट के विच पेमेंट क्रेडिट साइड पर आ एंड इनकम एंड एक्सपेंडिचर अकाउंट के विच एक्सपेंसिस डेबिट साइड पर आ। Now the period, all receipt and payment relating to the current year, succeeding or preceding year are considered. रिसिप्ट एंड पेमेंट अकाउंट के विच पेमेंट चाहे तुहाडी प्रीवियस ईयर तो रिलेटेड होवे, चाहे फ्यूचर तो रिलेटेड होवे, चाहे करंट ईयर तो रिलेटेड होवे, वो सारियां ही शो करी दियां हैं। बट इनकम एंड एक्सपेंडिचर अकाउंट के विच सिर्फ करंट ईयर की आइटम शो की जाती है, बाकी सारियां एडजस्टमेंट्स होंदियां हैं। कैपिटल आइटम। रिसिप्ट एंड पेमेंट अकाउंट के विच आप सारियां कैपिटल रिसिप्ट एंड पेमेंट ही शो करते हैं, बट इनकम एंड एक्सपेंडिचर अकाउंट के विच आप कैपिटल रिसिप्ट एंड पेमेंट शो नहीं करते, ठीक है, ओनली द रिकरिंग नेचर के आइटम शो किए जाते हैं। दैन नॉन कैश एक्सपेंसिस। रिसिप्ट एंड पेमेंट अकाउंट के जिदा डेप्रीसीएशन हो गया, कोई प्रोविजन फॉर बैड डेप्स हो गया, वो कंसीडर नहीं किया जाता, बट इनकम एंड एक्सपेंडिचर अकाउंट के आप नॉन कैश एक्सपेंसिस जोड़े आ करंट ईयर तो रिलेटेड काउंट करते हैं, इंक्लूड करते हैं। एडजस्टमेंट्स। नो एडजस्टमेंट्स रिगार्डिंग आउटस्टैंडिंग एक्सपेंसिस। कोई प्रीपेड आ तुहाडा, कोई इनकम रिसीव इन एडवांस आ, रिसिप्ट एंड पेमेंट अकाउंट के आप नहीं इनू काउंट करते, बट इनकम एंड एक्सपेंडिचर अकाउंट के एडजस्ट किया जाता है। Then is the closing balance. Receipt and payment account, it represents the balance of cash in hand and cash at bank or bank overdraft. मतलब कि ये कैश का कितना बैलेंस है वो शो किया जाता है, बट इनकम एंड एक्सपेंडिचर अकाउंट के आइदर डेफिसिट और आइदर सरप्लस ही शो किया जाएगा। दैन इज सिस्टम ऑफ अकाउंटिंग।
ਰਿਸਿਪਟ ਐਂਡ ਪੇਮੈਂਟ ਅਕਾਊਂਟ ਕੈਸ਼ ਬੇਸਿਸ ਤੇ ਆ, ਐਂਡ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਜਿਹੜਾ ਆ ਐਕਰੀਵਲ ਬੇਸਿਸ ਤੇ ਆ। ਨਾਓ ਦਾ ਡਿਫਰੈਂਸ ਬਿਟਵੀਨ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ। ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਕਿਹਦੇ ਲਈ ਬਣਾਇਆ ਜਾਂਦਾ ਹੈ? ਇਟ ਇਜ਼ ਜਸਟ ਫॉर ਦਾ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ, ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਦਾ ਮੇਨ ਮੋਟਿਵ ਇਹੀ ਹੈ ਪ੍ਰੋਫਿਟ ਐਂਡ ਲਾਸ ਫਾਈਂਡ ਕਰਨਾ। ਸੋ ਇਹ ਤੁਹਾਡਾ ਟ੍ਰੇਡਿੰਗ ਆਰਗੇਨਾਈਜੇਸ਼ਨ ਲਈ ਬਣਾਇਆ ਜਾਂਦਾ ਆ। ਦੈਨ ਇਜ਼ ਦੀ ਐਂਡ ਰਿਜ਼ਲਟ। ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦਾ ਰਿਜ਼ਲਟ ਕੀ ਆ? ਸਰਪਲਸ ਜਾਂ ਡੈਫੀਸਿਟ। ਜਦੋਂ ਆਪਾਂ ਅਕਾਊਂਟ ਨੂੰ ਬੈਲੈਂਸ ਕਰਾਂਗੇ ਜਾਂ ਤਾਂ ਉਹਦੇ 'ਚ ਸਰਪਲਸ ਆਏਗਾ ਜਾਂ ਡੈਫੀਸਿਟ ਆਏਗਾ। ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਜਾਂ ਤਾਂ ਪ੍ਰੋਫਿਟ ਅਤੇ ਜਾਂ ਫਿਰ ਲਾਸ। ਬੇਸਿਸ ਕੀ ਆ? ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਦਾ ਸਰਪਲਸ ਕੈਨ ਨਾਟ ਬੀ ਡਿਸਟਰੀਬਿਊਟਿਡ ਅਮੰਗ ਦਾ ਮੈਂਬਰਸ, ਕਿਉਂਕਿ ਇਹ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਆ, ਅਤੇ ਜਿਹੜਾ ਵੀ ਸਰਪਲਸ ਹੁੰਦਾ ਉਹ ਅਸੀਂ ਮੈਂਬਰਸ ਦੇ ਵਿੱਚ ਡਿਸਟਰੀਬਿਊਟ ਨਹੀਂ ਕਰਦੇ, ਇਨਫੈਕਟ ਉਹਨੂੰ ਕੈਪੀਟਲ ਫੰਡ ਦੇ ਵਿੱਚ ਐਡ ਕਰ ਲੈਂਦੇ ਹਾਂ। ਅਤੇ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਕੀ ਆ? ਓਨਰਸ ਆਰ ਐਂਟਾਈਟਲ ਟੂ ਦਾ ਪ੍ਰੋਫਿਟ, ਕਿਉਂਕਿ ਜਿਹੜਾ ਵੀ ਪ੍ਰੋਫਿਟ ਆਏਗਾ ਉਹ ਓਨਰਸ ਵਿੱਚ ਡਿਸਟਰੀਬਿਊਟ ਕੀਤਾ ਜਾਂਦਾ ਆ। ਸੋ ਦਿਸ ਵਰ ਦਾ theoretical part for today's lecture, and you have to note down this all in your fair notebook. If you will face any problem, then you can ask your question in the comment box. Thanks and have a nice day.